ਹੋਇਆ ਜਿੱਥੇ ਮੀਨਸ ਐਗਜ਼ਾਮੀਨੇਸ਼ਨਸ ਨੂੰ ਲੈ ਕੇ ਐਡਮਿਸ਼ਨਸ ਨੂੰ ਲੈ ਕੇ ਧਰਨਾ ਹੋਇਆ। ਬਟ ਨਾਲੋਂ ਹੀ ਨਾਲ ਇੱਕ ਡਿਮਾਂਡ ਇਹ ਵੀ ਉੱਠੀ ਕਿ ਸੈਨੇਟ ਤੇ ਸਿੰਡੀਕੇਟ ਦੇ ਇਲੈਕਸ਼ਨਸ ਕੰਡਕਟ ਕਰਨੇ ਚਾਹੀਦੇ ਜਿੰਨੇ ਜਲਦੀ ਹੋ ਸਕੇ। ਤਾਂ ਉਹਦੇ ਬਾਰੇ ਅਸੀਂ ਗੱਲ ਕਰਦੇ ਹਾਂ। ਸਾਡੇ ਨਾਲ ਨੇ ਵਰਿੰਦਰ ਸਿੰਘ ਜੀ, SFS ਦੇ ਪ੍ਰੈਜ਼ੀਡੈਂਟ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਤੇ ਸਰ ਜਿੱਦਾਂ ਹੁਣ ਆਪਾਂ ਯੂਨੀਵਰਸਿਟੀ ਦਾ ਐਕਟ ਪੜ੍ਹੀਏ ਤਾਂ ਉਹਦੀ ਸੈਕਸ਼ਨ 8 ਜਿਹੜੀ ਕਹਿੰਦੀ ਹੈ ਉਹ ਕਹਿੰਦੀ ਹੈ ਸਬਜੈਕਟ ਟੂ ਪ੍ਰੋਵੀਜ਼ਨਸ ਆਫ ਦਿਸ ਐਕਟ ਦ ਸੁਪਰੀਮ ਅਥਾਰਟੀ ਆਫ ਯੂਨੀਵਰਸਿਟੀ ਸ਼ੈਲ ਬੀ ਵੈਸਟਡ ਇਨ ਦਾ ਸੈਨੇਟ। ਤਾਂ ਜਦ ਇਨੈਕਟਮੈਂਟ 'ਚ ਹੀ ਜਿਹੜੀ ਯੂਨੀਵਰਸਿਟੀ ਦੀ ਮੇਨ ਐਸਟੈਬਲਿਸ਼ਮੈਂਟ ਹੈ ਉਹਦੇ 'ਚ ਹੀ ਲਿਖਤਾ ਕਿ ਸੈਨੇਟ ਕੋਲ ਸਾਰੀ ਪਾਵਰਸ ਹੋਣਗੀ, ਤਾਂ ਉਸ ਤੋਂ ਬਾਅਦ ਤੁਸੀਂ ਕਿਉਂ ਕਹਿ ਰਹੇ ਹੋ ਕਿ ਸੈਨੇਟ ਖਤਰੇ 'ਚ ਉਹਦੇ ਇਲੈਕਸ਼ਨਸ ਨਹੀਂ ਹੋ ਰਹੇ? ਦੇਖੋ ਜੀ, ਇਹ 'ਚ ਦੋ ਤਿੰਨ ਚੀਜ਼ਾਂ ਦੇਖਣ ਵਾਲੀਆਂ। ਪਹਿਲਾਂ ਤਾਂ ਇੱਕ ਜਿਹੜਾ ਇੱਥੋਂ ਦਾ ਪ੍ਰੋਸੀਜਰ ਚੱਲਦਾ ਸੈਨੇਟ ਇਲੈਕਸ਼ਨ ਦਾ, 31 ਅਕਤੂਬਰ ਨੂੰ ਸੈਨੇਟ ਦੀ ਟਰਮ ਖਤਮ ਹੋ ਜਾਂਦੀ ਆ। ਉਹਦੇ ਵਿੱਚ ਕੀ ਹੁੰਦਾ ਕਿ 31 ਅਕਤੂਬਰ ਤੋਂ ਪਹਿਲਾਂ ਇਲੈਕਸ਼ਨ ਕੰਡਕਟ ਕਰਾ ਕੇ ਉਹ ਸੈਨੇਟ ਜਿਹੜੀ ਨਵੀਂ ਆ ਉਹ ਬਣਾਉਣੀ ਹੁੰਦੀ ਆ। ਪਰ ਇਸ ਵਾਰ ਕੀ ਹੋਇਆ ਕਿ ਕੋਵਿਡ ਦੇ ਦੌਰਾਨ ਜਿਹੜੇ ਇੱਥੋਂ ਦਾ ਵਾਈਸ ਚਾਂਸਲਰ ਆ ਉਹਨੇ ਪਹਿਲੀ ਵਾਰ ਜਦੋਂ ਸੈਨੇਟ ਇਲੈਕਸ਼ਨ ਨੂੰ ਪੋਸਟਪੋਨ ਕਰਿਆ, ਉਹਨੇ ਜਿਹੜਾ ਯੂਟੀ ਐਡਮਿਨਿਸਟ੍ਰੇਸ਼ਨ ਨੂੰ ਕਿਹਾ ਕਿ ਇੱਥੇ ਮਹਾਰਾਸ਼ਟਰ ਅਤੇ ਰਾਜਸਥਾਨ ਤੋਂ ਮੈਂਬਰ ਆਉਣੇ ਵੋਟ ਪਾਉਣ ਲਈ, ਇਸ ਲਈ ਇਹ ਪੋਸੀਬਲ ਨਹੀਂ ਹੈਗਾ। ਤਾਂ ਉਹ ਅਸਲ ਦੇ ਵਿੱਚ ਜਿਹੜਾ ਕਾਰਵਾਈ ਕੀਤੀ, ਉਹ ਕਾਰਵਾਈ ਉਹ ਤਾਂ ਕਰ ਸਕਦਾ ਜੇ ਸਿੰਡੀਕੇਟ ਦੇ ਵਿੱਚ ਇਹਦੀ ਪਰਮਿਸ਼ਨ ਹੋਵੇ। ਇਹਦੇ ਵਿੱਚ ਇੱਕ ਬੇਸਿਕ ਰਿਲੇਸ਼ਨ ਨੂੰ ਵੀ ਸਮਝਣਾ ਚਾਹੀਦਾ। ਜਿਹੜੀ ਸਿੰਡੀਕੇਟ ਆ ਉਹ ਸੈਨੇਟ ਵਿੱਚੋਂ ਚੁਣੀ ਹੋਈ ਐਗਜ਼ੀਕਿਊਟਿਵ ਬਾਡੀ ਹੁੰਦੀ ਆ। ਸੈਨੇਟ ਦੀਆਂ ਮੀਟਿੰਗਾਂ ਸਾਲ 'ਚ 3 ਵਾਰ ਹੁੰਦੀਆਂ, ਪਰ ਸਿੰਡੀਕੇਟ ਨੇ ਹਰੇਕ ਮਹੀਨੇ ਮਿਲਣਾ ਹੁੰਦਾ। ਉਹਦੀ ਮੀਟਿੰਗ ਹੋਣੀ ਹੁੰਦੀ ਆ, ਉੱਥੇ ਡਿਸੀਜਨ ਰਿਵਿਊ ਹੋਣੇ ਹੁੰਦੇ ਆ, ਨਵੇਂ ਫੈਸਲੇ ਲੈਣੇ ਹੁੰਦੇ ਆ। ਪਰ ਉਹ ਸਿੰਡੀਕੇਟ ਦੀ ਮਰਜ਼ੀ ਤੋਂ ਬਿਨਾਂ VC ਨੇ 2 ਵਾਰੀ ਸੈਨੇਟ ਦੀਆਂ ਚੋਣਾਂ ਨੂੰ ਪੋਸਟਪੋਨ ਕਰਤਾ। ਤਾਂ ਇਹ ਤਾਂ ਹੋਇਆ ਜਿਹੜਾ ਚੋਣਾਂ ਦੇ ਦੌਰਾਨ, ਪਰ ਉਦੋਂ ਪਹਿਲਾਂ ਵੀ ਜਿਹੜਾ ਉੱਥੋਂ ਦੀ RSS ਆ ਜਾਂ BJP ਜ਼ੋਰ ਲਾ ਰਹੀ ਆ, ਉਹਨੇ ਬਿਆਨ ਵੀ ਦਿੱਤੇ ਆ ਟਾਈਮ ਉੱਤੇ। ਇੱਥੇ ਕਿਰਨ ਖੇਰ, ਸੋਮ ਪ੍ਰਕਾਸ਼ ਵਰਗੇ ਜਿਹੜੇ ਮੰਤਰੀ ਆ ਉਹ ਵੀ ਸੈਨੇਟ ਦੇ ਵਿੱਚ ਇਹੀ ਬਿਆਨ ਦਿੰਦੇ ਰਹੇ, ਅਸੀਂ ਤਾਂ ਧਾਰਾ 370 ਹਟਾਤੀ, ਇਹ ਸੈਨੇਟ ਕੀ ਚੀਜ਼ ਆ। ਤਾਂ ਉੱਥੇ ਗੱਲ ਸਮਝਣੀ ਚਾਹੀਦੀ ਆ ਕਿ BJP ਗੌਰਮੈਂਟ ਜਿਹੜੀਆਂ ਪਹਿਲਾਂ ਕੌਨਸਟੀਟਿਊਸ਼ਨਲ ਪ੍ਰੋਵੀਜ਼ਨਾਂ ਸੀਗੀਆਂ, ਜਦੋਂ ਉਹਨਾਂ ਨੂੰ ਤੋੜ ਕੇ ਗੈਰ ਜਮਹੂਰੀ ਤਰੀਕੇ ਦੇ ਨਾਲ ਚੀਜ਼ਾਂ ਨੂੰ ਇੰਪਲੀਮੈਂਟ ਕਰ ਰਹੀ ਆ, ਸੈਨੇਟ ਖਤਮ ਕਰਨੀ ਉਹਨਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਹੈਗੀ। ਤਾਂ ਇਹ ਜਿਹੜਾ ਇਹ ਵੀ ਜੇ ਐਕਟ ਬਣਿਆ ਤਾਂ ਉਹ ਕਰ ਨਹੀਂ ਸਕਦੇ। ਉਹ ਜਿਹੜਾ ਮਸਲਾ ਉਹ ਸੰਵਿਧਾਨਕ ਮਸਲਾ ਹੈਗਾ, ਪਰ ਆਪਾਂ ਪਿਛਲੇ ਟਾਈਮ ਵਿੱਚ BJP ਦੀ ਗੌਰਮੈਂਟ ਦੀਆਂ ਜਿੰਨੀਆਂ ਪਾਲਿਸੀਆਂ ਦੇਖ ਲਈਏ, ਜਿੰਨੇ ਐਕਸ਼ਨ ਦੇਖ ਲਈਏ, ਉਹ ਸਾਰੇ ਉਹਨਾਂ ਦੇ ਖੁਦ ਦੇ ਬਣਾਏ ਕੌਨਸਟੀਟਿਊਸ਼ਨ ਜਿਹੜਾ ਇੰਡੀਅਨ ਸਟੇਟ ਨੇ ਬਣਾਇਆ ਉਹਦੀ ਉਲਟਾ। ਤਾਂ ਉਹਨਾਂ ਨੂੰ ਕੌਨਸਟੀਟਿਊਸ਼ਨ ਜਿਹੜਾ ਹੈਗਾ ਜਾਂ ਐਕਟ ਦੀ ਕੋਈ ਪਰਵਾਹ ਨਹੀਂ ਹੈਗੀ। ਠੀਕ ਹੈ। ਤਾਂ ਸਰ ਹੁਣ ਚਲੋ ਐਕਟ ਦੀ ਗੱਲ ਤਾਂ ਆ ਗਈ। 2060 ਵਿੱਚ ਜਿਹੜੇ ਚੰਡੀਗੜ੍ਹ ਦੇ MP ਸੀਗੇ ਕਿਰਨ ਖੇਰ ਜੀ, ਉਹਨਾਂ ਨੂੰ ਇੱਕ ਰਿਪਰੈਜ਼ੈਂਟੇਸ਼ਨ ਮਿਲਦੀ ਹੈ ਪੰਜਾਬ ਯੂਨੀਵਰਸਿਟੀ ਟੀਚਰਸ ਐਸੋਸੀਏਸ਼ਨ ਵੱਲੋਂ ਕਿ ਜਿਹੜੀ ਸੈਨੇਟ ਦੀ ਵਰਕਿੰਗ ਹੈ ਉਹਦੇ 'ਚ ਟਰਾਂਸਪੇਰੈਂਸੀ ਨਹੀਂ ਹੈ। ਤਾਂ ਉਹ ਰਿਪਰੈਜ਼ੈਂਟੇਸ਼ਨ MP ਕਿਰਨ ਖੇਰ ਕੋਲ ਜਾਂਦੀ ਹੈ। ਉਸ ਤੋਂ ਬਾਅਦ ਉਹ ਸਾਡੇ ਯੂਨੀਵਰਸਿਟੀ ਦੇ ਚਾਂਸਲਰ ਵਾਈਸ ਪ੍ਰੈਜ਼ੀਡੈਂਟ ਕੋਲ ਜਾਂਦੀ ਹੈ ਅਤੇ ਉਹਨਾਂ ਨੂੰ ਕਹਿੰਦੇ ਕਿ ਰੈਕਮੈਂਡੇਸ਼ਨ ਬਣਾਓ, ਪਰ ਉਹਦੀ ਰੈਕਮੈਂਡੇਸ਼ਨ ਪ੍ਰੋਪਰ ਇੰਪਲੀਮੈਂਟ ਨਹੀਂ ਹੁੰਦੀ। ਤਾਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਨਵੀਂ ਰੈਕਮੈਂਡੇਸ਼ਨਸ ਆਉਣੀ ਚਾਹੀਦੀ ਜਾਂ ਸੈਨੇਟ ਦੀ ਜਗ੍ਹਾ ਜਿਹੜਾ ਬੋਰਡ ਆਫ ਡਾਇਰੈਕਟਰਸ ਬਣਾ ਰਿਹਾ ਉਹ ਆਉਣਾ ਚਾਹੀਦਾ? ਦੇਖੋ ਜੀ, ਜਿਹੜਾ ਬੋਰਡ ਆਫ ਗਵਰਨੈਂਸ ਦਾ ਇਸ਼ੂ ਹੈਗਾ, ਜਿਹੜਾ ਇਹ ਨਿਊ ਐਜੂਕੇਸ਼ਨ ਪਾਲਿਸੀ 'ਚ ਆ ਰਿਹਾ, ਇਹਦੇ ਵਿੱਚ ਬੇਸਿਕ ਇਹੀ ਆ ਕਿ ਅਸੀਂ ਯੂਨੀਵਰਸਿਟੀਆਂ ਦੇ ਜਿਹੜੇ ਆਟੋਨੋਮਸ ਡਿਸੀਜਨ ਮੇਕਿੰਗ ਬੋਡੀਜ਼ ਆ ਉਹਨਾਂ ਨੂੰ ਭੰਗ ਕਰਕੇ ਉਹਦੀ ਜਗ੍ਹਾ ਬੋਰਡ ਆਫ ਗਵਰਨੈਂਸ ਲੈ ਕੇ ਆਉਣੇ ਆ, ਜਿਹਦੀ ਸਿਲੈਕਸ਼ਨ ਵਾਈਸ ਪ੍ਰੈਜ਼ੀਡੈਂਟ ਵੱਲੋਂ ਹੋਊਗੀ ਅਤੇ ਉਹਦੇ ਵਿੱਚ VC ਦੁਆਰਾ ਨੋਮੀਨੇਟ ਮੈਂਬਰ ਹੋਣਗੇ। ਤਾਂ ਇੱਕ ਤਾਂ ਇਹ ਗੱਲ ਹੋ ਗਈ ਵੀ ਜਿਹੜੀ ਬੋਰਡ ਆਫ ਗਵਰਨੈਂਸ ਆ ਉਹ ਬੋਰਡ ਆਫ ਗਵਰਨੈਂਸ ਕੇਂਦਰ ਤੈਅ ਕਰੂਗਾ। ਜਿਹੜਾ ਤੁਸੀਂ ਦੂਜਾ ਕਰ ਰਹੇ ਹੋ ਵੀ ਗੱਲ ਕਰ ਰਹੇ ਹੋ ਵੀ 2016 ਵਿੱਚ ਪੁੱਟਾ ਗੱਲ ਲੈ ਗਈ। ਜੇ ਤੁਸੀਂ ਟਰਾਂਸਪੇਰੈਂਸੀ ਲੈ ਕੇ ਆਉਣੀ ਆ ਤਾਂ ਸੈਨੇਟ ਦੀ ਕਾਰਵਾਈ ਨੂੰ ਵਿਦਿਆਰਥੀਆਂ ਦੇ ਵਿੱਚ ਸਾਰੇ ਜਨਤਕ ਕਰ ਦਿਓ। ਉਹਦੇ ਪ੍ਰੋਪਰ ਜਿਹੜੇ ਡਾਕੂਮੈਂਟ ਆ ਹੈ ਨਾ, ਉਹ ਉਹਦੀ ਕਾਰਵਾਈ ਵੀ ਜਨਤਕ ਹੋਣੀ ਚਾਹੀਦੀ ਆ। ਉਹਦੇ ਵਿੱਚ ਜਿਹੜਾ ਡਾਈਸੈਂਟ ਦੀ ਸਪੇਸ ਨੂੰ ਪ੍ਰੋਪਰ ਨੋਟ ਕੀਤਾ ਜਾਣਾ ਚਾਹੀਦਾ। ਹੁਣ ਜਿੱਥੇ ਕਿਰਨ ਖੇਰ ਕੋਲ ਇਹ ਜਾ ਰਹੀ ਆ ਵੀ ਇੱਥੇ ਰਿਪਰੈਜ਼ੈਂਟੇਸ਼ਨ ਵੀ ਦੇਖੋ ਸੈਨੇਟ ਦੇ ਵਿੱਚ ਟਰਾਂਸਪੇਰੈਂਸੀ ਨਹੀਂ ਹੈਗੀ। ਉਹਨਾਂ ਦਾ ਵਾਈਸ ਚਾਂਸਲਰ ਇੱਥੇ ਜਦੋਂ ਕਿਸੇ ਡਿਸੀਜਨ ਜਾਂ ਕਿਸੇ ਏਜੰਡੇ 'ਤੇ ਗੱਲ ਹੋਣੀ ਹੁੰਦੀ ਹੈ ਜਨਗਣ ਮਨ ਲਾ ਦਿੰਦਾ ਵਾ। ਤਾਂ ਟਰਾਂਸਪੇਰੈਂਸੀ ਲਿਆਉਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਸੈਨੇਟ ਖਤਮ ਕਰ ਦਿਓ। ਉਹਦੇ ਲਈ ਤੁਸੀਂ ਉਹਨੂੰ ਦੀ ਕਾਰਵਾਈ ਨੂੰ ਜਨਤਕ ਕਰੋ, ਹੈ ਨਾ। ਟਰਾਂਸਪੇਰੈਂਸੀ ਤਾਂ ਹੋਊਗੀ। ਅਤੇ ਇਹਦੇ ਵਿੱਚ ਦੂਜਾ ਸਵਾਲ ਵੀ ਹੁੰਦਾ ਕਿਉਂਕਿ ਇੱਥੇ ਜਿਹੜਾ ਹੈਗਾ ਯੂਨੀਵਰਸਿਟੀ ਦੇ ਵਿੱਚ ਕਲੈਸ਼ ਆਫ ਇੰਟਰਸਟ ਹਮੇਸ਼ਾ ਰਹਿੰਦਾ ਵਾ। ਉਹਦੇ ਵਿੱਚੋਂ ਕੋਈ ਗਰੁੱਪ ਚਲੇ ਗਿਆ ਜੀ, ਦੇਖੋ ਸੈਨੇਟ 'ਚ ਟਰਾਂਸਪੇਰੈਂਸੀ ਨਹੀਂ ਹੈਗੀ। ਇੱਦਾਂ ਦਾ ਇਸ਼ੂ 2017 'ਚ ਵੀ 17-18 'ਚ ਵੀ ਆਇਆ ਸੀਗਾ, ਜਦੋਂ ਅਰੁਣ ਕੁਮਾਰ ਗਰੋਵਰ ਨੇ ਕੋਈ ਇਹਦੀ ਬੋਡੀ ਦੇ ਵਿੱਚ ਕੋਈ ਮਿਸ ਕੰਡਕਟ ਕੀਤਾ ਸੀਗਾ ਤਾਂ ਉਹਦੀ ਪਾਵਰਾਂ ਖੋਲ੍ਹੀਆਂ ਸੀਗੀਆਂ। ਇਹ ਤਾਂ ਸੈਨੇਟ ਕੋਲ ਪਾਵਰ ਆ ਨਾ ਵੀ ਇੱਥੇ ਕੋਈ ਮਨਮਰਜ਼ੀ ਨਹੀਂ ਕਰ ਸਕਦਾ। ਉਹ ਸੈਨੇਟ ਜਿਹੜੀ ਇੱਥੋਂ ਦੀ ਕਾਰਵਾਈ ਨੂੰ ਰੈਗੂਲੇਟ ਕਰਦੀ ਹੈ ਨਾ, ਉਹ 'ਚ ਟਰਾਂਸਪੇਰੈਂਸੀ ਲਿਆਉਣ ਦਾ ਮਤਲਬ ਇਹ ਨਹੀਂ ਉਹਨੂੰ ਖਤਮ ਕਰ ਦਿਓ। ਠੀਕ ਹੈ।
ਤਾਂ ਸਰ ਇੱਕ ਰੈਗੂਲਰ ਡਿਮਾਂਡ ਰਹੀ ਹੈ ਸਟੂਡੈਂਟ ਵੱਲੋਂ, ਸਟੂਡੈਂਟ ਕਾਊਂਸਲ ਵੱਲੋਂ, ਕਿ ਸੈਨੇਟ 'ਚ ਸਟੂਡੈਂਟ ਕਾਊਂਸਲ ਦੀ ਇੱਕ ਸੀਟ ਹੋਣੀ ਚਾਹੀਦੀ ਹੈ ਤੇ ਉਹਨਾਂ ਨੂੰ ਬੋਲਣ ਦਾ ਅਧਿਕਾਰ ਹੋਣਾ ਚਾਹੀਦਾ। ਹੁਣ ਕੀ ਹੁੰਦਾ, ਸੈਨੇਟ ਦੀ ਜਿਹੜੀ ਮੀਟਿੰਗਸ ਆ ਉਹਦੀ ਮੀਟਿੰਗਸ ਦੀ ਕਾਪੀਜ਼ ਜਿਹੜੀ ਹੈ ਮਿੰਟਸ ਦੀ ਉਹ ਜਾਂਦੀ ਹੈ ਸਟੂਡੈਂਟ ਕਾਊਂਸਲ ਕੋਲ, ਪਰ ਸਟੂਡੈਂਟ ਕਾਊਂਸਲ ਨੂੰ ਉਹਦੇ ਉੱਤੇ ਬੋਲਣ ਦਾ ਅਧਿਕਾਰ ਨਹੀਂ ਹੈ। ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਪਿਛਲੇ ਟਾਈਮ ਦੇ ਵਿੱਚ ਜਦੋਂ ਐਸਐਫਐਸ ਦੀ ਕਾਉਂਸਲ ਵੀ ਰਹੀ ਆ 18-19 ਦੇ ਵਿੱਚ, ਉਦੋਂ ਵੀ ਅਸੀਂ ਲਗਾਤਾਰ ਡਿਮਾਂਡ ਕਰਦੇ ਰਹੇ ਕਿ ਐਕਸ ਅਫੀਸ਼ੀਓ ਮੈਂਬਰ ਬਣਾਓ। ਜਿਹੜਾ ਵੀ ਮੌਕੇ ਦਾ ਪ੍ਰੈਜ਼ੀਡੈਂਟ ਹੁੰਦਾ ਵਾ, ਜਿਹੜਾ ਵੀ ਕਾਉਂਸਲ ਚੁਣ ਕੇ ਆਉਂਦਾ ਪ੍ਰੈਜ਼ੀਡੈਂਟ ਤੇ ਇਵਨ ਜਨਰਲ ਸੈਕਟਰੀ ਵੀ, ਉਹ ਸੈਨੇਟ ਵਿੱਚ ਮੈਂਬਰ ਹੋਣਾ ਚਾਹੀਦਾ, ਉਹਨੂੰ ਬੋਲਣ ਦਾ ਅਧਿਕਾਰ ਹੋਣਾ ਚਾਹੀਦਾ ਤੇ ਉਹਨੂੰ ਤਾਂ ਵੋਟ ਦਾ ਅਧਿਕਾਰ ਵੀ ਹੋਣਾ ਚਾਹੀਦਾ। ਕਿਉਂਕਿ ਹੁਣ ਕੀ ਆ, ਉੱਥੇ ਤੁਸੀਂ ਕਾਰਵਾਈ ਦੇਖ ਸਕਦੇ ਹੋ, ਤੁਸੀਂ ਕੋਈ ਬੋਲ ਨਹੀਂ ਸਕਦੇ, ਕੁਝ ਰਿਐਕਟ ਨਹੀਂ ਕਰ ਸਕਦੇ। ਮਤਲਬ ਉਹਦੇ ਵਿੱਚ ਤਾਂ ਇਹੀ ਗੱਲ ਆ ਵੀ ਠੀਕ ਹੈ ਜੀ, ਤੁਸੀਂ ਦੂਰ ਬਹਿ ਕੇ ਦੇਖੋ ਅਸੀਂ ਕੀ ਕਰਦੇ ਹਾਂ, ਤੁਸੀਂ ਇੰਟਰਵੀਨ ਨਹੀਂ ਕਰ ਸਕਦੇ। ਉਹ ਤਾਂ ਡਿਮਾਂਡ ਲਗਾਤਾਰ ਰਹੀ ਆ। ਅਸਲ ਦੇ ਵਿੱਚ ਇਹ ਡਿਮਾਂਡ ਸੈਨੇਟ ਨੂੰ ਮੋਰ ਡੈਮੋਕ੍ਰੈਟਿਕ ਕਰਨ ਦਾ ਪ੍ਰੋਸੈਸ ਆ। ਜਦੋਂ ਵਿੱਚ ਵਿਦਿਆਰਥੀਆਂ ਦੀ ਪਾਰਟੀਸਪੇਸ਼ਨ ਹੋਊਗੀ ਤਾਂ ਜਿਹੜੇ ਦੂਜੇ ਸੈਨੇਟਰ ਮੈਂਬਰ ਵੀ ਆ, ਜਿਹੜੇ ਚੁਣ ਕੇ ਜਾਂਦੇ ਆ, ਉਹਨਾਂ ਦੇ ਚੈੱਕ ਵੀ ਰਹੂਗਾ ਕਿ ਸਾਡੇ ਉੱਤੇ ਵੀ ਬੋਲਣ ਵਾਲਾ ਹੈਗਾ ਵਾ। ਹੁਣ ਜਦ ਬੰਦ ਕਮਰਾ ਮੀਟਿੰਗ ਹੁੰਦੀ ਆ ਤੇ ਉੱਥੇ ਪ੍ਰਧਾਨ ਕੁਝ ਬੋਲ ਨਹੀਂ ਸਕਦਾ, ਉੱਥੇ ਫਿਰ ਉਹ ਬੇਪਰਵਾਹ ਹੁੰਦੇ ਆ। ਠੀਕ ਹੈ ਸਰ। ਤੇ ਸਰ ਹੁਣ ਇੱਕ ਗੱਲ ਆਉਂਦੀ ਹੈ ਕਿ ਬਹੁਤ ਸਾਰੀ ਮਤਲਬ ਇੱਕ ਪਾਰਟੀ ਅਲੈਜ ਕਰਦੀ ਹੈ, ਜਾਂ ਕਈ ਵਾਰ ਇਹ ਚੀਜ਼ ਦੇਖੀ ਜਾਂਦੀ ਹੈ ਜਦ ਵੀ ਫੀਸ ਦਾ ਮੁੱਦਾ ਉੱਠੇ, ਨਿਊ ਐਜੂਕੇਸ਼ਨ ਪਾਲਿਸੀ ਆਵੇ, ਜਾਂ ਹੁਣ ਆਪਾਂ ਸੈਨੇਟ ਇਲੈਕਸ਼ਨ ਲੈ ਲਈਏ, ਜਾਂ ਹੁਣ ਆਪਾਂ ਐਡਮਿਸ਼ਨਸ ਦਾ ਲੈ ਲਈਏ, ਤਾਂ ਹਮੇਸ਼ਾ ਗੱਲ ਘੁੰਮ ਫਿਰ ਕੇ ਆਉਂਦੇ ਕਿ ਵੀਸੀ ਸਾਹਿਬ ਨੇ ਉਹ ਬੀਜੇਪੀ ਆਰਐਸਐਸ ਤੋਂ ਰਿਲੇਟਡ ਨੇ ਤੇ ਹਰ ਚੀਜ਼ ਵਾਸਤੇ ਬੀਜੇਪੀ ਆਰਐਸਐਸ ਨੂੰ ਟਾਰਗੇਟ ਕੀਤਾ ਜਾਂਦਾ ਹੈ। ਤਾਂ ਇੱਥੇ ਵੀ ਇਹੀ ਸੈਨੇਟ ਇਲੈਕਸ਼ਨ ਵਾਲੇ ਮੁੱਦੇ ਤੇ ਵੀ ਇਹੀ ਗੱਲ ਆਉਂਦੀ ਹੈ ਕਿ ਬੀਜੇਪੀ ਆਰਐਸਐਸ ਹੈ ਜਿਹੜੀ ਸੈਂਟਰਲਾਈਜੇਸ਼ਨ ਕਰਨਾ ਚਾਹੁੰਦੀ ਹੈ। ਤਾਂ ਇੱਕ ਗੱਲ ਉੱਠਦੀ ਹੈ, ਤੁਸੀਂ ਹਰ ਵਾਰ ਬੀਜੇਪੀ ਆਰਐਸਐਸ ਨੂੰ ਟਾਰਗੇਟ ਕਰਦੇ ਹੋ, ਤਾਂ ਇਸ ਚੀਜ਼ 'ਚ ਬੀਜੇਪੀ ਆਰਐਸਐਸ ਦਾ ਕੀ ਰੋਲ ਹੈ? ਦੇਖੋ ਜੀ, ਪਿਛਲੇ ਟਾਈਮ ਦੇ ਵਿੱਚ ਜਿਹੜਾ ਪਾਵਰ ਦਾ ਸੈਂਟਰਲਾਈਜੇਸ਼ਨ ਕਰਨਾ, ਜਿਹੜੀਆਂ ਜਮਹੂਰੀ ਮਤਲਬ ਹੱਕ ਲੋਕਾਂ ਕੋਲ ਹੈਗੇ ਜਾਂ ਜਨਤਾ ਕੋਲ ਹੈਗੇ ਜਾਂ ਇੰਸਟੀਟਿਊਸ਼ਨਾਂ ਕੋਲ ਹੈਗੇ ਆ, ਉਹ ਸਾਰੇ ਖੋਹ ਕੇ ਉੱਤੇ ਆਪਦੀ ਤਾਨਾਸ਼ਾਹੀ ਸਥਾਪਿਤ ਕਰਨੀ, ਇਹ ਬੀਜੇਪੀ ਤੇ ਆਰਐਸਐਸ ਦੀ ਕੋਰ ਮਤਲਬ ਉਹਨਾਂ ਦਾ ਏਜੰਡਾ ਹੈਗਾ ਵਾ। ਉਹ ਇਹ ਇੰਪਲੀਮੈਂਟ ਕਰਦੇ, ਜਿਵੇਂ ਧਾਰਾ 370 ਵੀ ਤੋੜੀ, ਉੱਥੋਂ ਦੇ ਜਿਹੜੇ ਜਿੰਨੇ ਕਿ ਵੀ ਡੈਮੋਕ੍ਰੈਟਿਕ ਰਾਈਟ ਸੀ ਉਹਨਾਂ ਕੋਲ, ਜਿਹੜੀ ਵੀ ਸਟੇਟ ਦੇ ਆਪਦੇ ਰਾਈਟ ਸੀ, ਉਹ ਸਾਰਿਆਂ ਨੂੰ ਖੋਹ ਲਿਆ। ਇਵੇਂ ਤੁਸੀਂ ਕਿਸਾਨਾਂ ਵਾਲੇ ਮਸਲੇ 'ਚ ਵੀ ਦੇਖ ਸਕਦੇ ਹੋ। ਖੇਤੀਬਾੜੀ ਜਦੋਂ ਕਿਸਾਨਾਂ ਦਾ ਇਸ਼ੂ ਆ ਨਾ, ਉਹਦੇ ਵਿੱਚ ਵੀ ਖੇਤੀਬਾੜੀ ਜਦੋਂ ਸਟੇਟਾਂ ਦਾ ਇਸ਼ੂ ਆ, ਉਹਦੇ ਵਿੱਚ ਵੀ ਇਹਨਾਂ ਨੇ ਸੈਂਟਰ ਨੇ ਆਪਦੀ ਮਨਮਰਜ਼ੀ ਕਰਕੇ ਐਕਟ ਲੈ ਕੇ ਆਉਂਦੇ। ਤਾਂ ਜਦੋਂ ਇੱਥੇ ਅਸੀਂ ਦੇਖਦੇ ਹਾਂ ਤਾਂ ਜਿੰਨੀ ਮਤਲਬ ਵੀਸੀ ਜਿਹੜੀ ਮਨਮਰਜ਼ੀ ਕਰਦਾ, ਇਹ ਬੈਕਗਰਾਊਂਡ ਆਰਐਸਐਸ ਤੋਂ ਆਇਆ ਵਾ। ਜਦੋਂ ਇਹ ਏਬੀਵੀਪੀ ਦੇ ਵਰਕਰਾਂ ਨਾਲ ਬੰਦ ਕਮਰਾ ਮੀਟਿੰਗਾਂ ਕਰਦਾ, ਉਹਨਾਂ ਨਾਲ ਸੋਫੇ 'ਤੇ ਬਹਿ ਕੇ ਮੀਟਿੰਗਾਂ ਕਰਦਾ, ਅਤੇ ਇੱਥੋਂ ਦੇ ਵਾਰਡਨ ਆ ਜਿਹੜੇ ਉਹਦੇ ਵਿੱਚ ਰਾਤ ਨੂੰ ਉਹਨਾਂ ਨਾਲ ਮੀਟਿੰਗ ਹੁੰਦੀ ਆ। 2018 ਦੇ ਇਲੈਕਸ਼ਨ ਦੇ ਟਾਈਮ ਇੱਥੋਂ ਦੀ ਅਥਾਰਟੀ ਏਬੀਵੀਪੀ ਨੂੰ ਕੋਡ ਆਫ ਕੰਡਕਟ ਦੇ ਵਿੱਚ ਇੱਥੇ ਆਪਦਾ ਪ੍ਰਚਾਰ ਕਰਨ ਲਈ ਜਾਂ ਪਾਰਟੀ ਕਰਨ ਲਈ ਹੌਲ ਦਿੰਦੀ ਆ। ਉਹਦੇ ਵਿੱਚ ਪਤਾ ਲੱਗਦਾ ਕਿ ਇੱਥੇ ਆਰਐਸਐਸ ਬੀਜੇਪੀ ਹੁਣ ਆਪਦਾ ਏਜੰਡਾ ਇੰਪਲੀਮੈਂਟ ਕਰਨ ਲਈ ਕਾਹਲੀ ਹੋਈ ਵੀ ਆ, ਅਤੇ ਇਹ ਤੇਜ਼ੀ ਨਾਲ ਇਹਦੇ 'ਤੇ ਕੰਮ ਵੀ ਕਰ ਰਹੀ ਆ। ਉਹਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਜਿੰਨੇ ਪ੍ਰੋਗਰਾਮ ਹੋ ਰਹੇ ਆ, ਜਿੰਨੇ ਵੀ ਮਤਲਬ ਅਕੈਡਮਿਕ ਪ੍ਰੋਗਰਾਮ ਵੀ ਹੋਏ ਆ, ਉਹਦੇ ਵਿੱਚ ਵੀ ਕੀ ਆ, ਉਹਦੇ ਵੀ ਆਰਐਸਐਸ ਦਾ ਏਜੰਡਾ ਹੀ ਆ। ਸਾਡੀ ਪੁਰਾਣੀ ਸੱਭਿਅਤਾ, ਮਹਾਨ ਸੱਭਿਅਤਾ, ਸਾਡੇ ਟਰਡੀਸ਼ਨ, ਭਾਰਤ ਨੇ ਦੂਜੇ ਦੇਸ਼ਾਂ ਨੂੰ ਬਹੁਤ ਕੁਛ ਸਿਖਾਇਆ, ਇਹਦੇ ਨਾਂ 'ਤੇ ਜਿੰਨਾ ਅਨਸਾਇੰਟੀਫਿਕ ਟੈਂਪਰਾਮੈਂਟ ਵਿਦਿਆਰਥੀਆਂ ਨੂੰ ਥੋਪਿਆ ਜਾ ਰਿਹਾ, ਇਹਦਾ ਆਰਐਸਐਸ ਦਾ ਏਜੰਡਾ ਇਹੀ ਤਾਂ ਯੂਨੀਵਰਸਿਟੀ ਕਰ ਰਹੀ ਆ। ਪਿਛਲੇ ਟਾਈਮ 'ਚ ਉਹ ਤਾਂ ਪ੍ਰੋਗਰਾਮ ਹੋ ਰਹੇ ਆ। ਤਾਂ ਹੁਣ ਬੋਰਡ ਆਫ ਗਵਰਨੈਂਸ ਨੂੰ ਜਦੋਂ ਕੇਂਦਰ ਲੈ ਕੇ ਆ ਰਿਹਾ, ਉਹਦਾ ਮਤਲਬ ਇਹ ਹੈ ਵੀ ਕੇਂਦਰ ਦੀ ਸਿੱਧੀ ਅਥਾਰਟੀ ਇੱਥੇ ਚੱਲੂਗੀ। ਜਦੋਂ ਇਹ ਯੂਨੀਵਰਸਿਟੀ ਤੇ ਪੰਜਾਬ ਦਾ ਰਾਈਟ ਆ, ਕਿਉਂਕਿ ਜਦੋਂ ਸੂਬੇ ਬਣੇ ਉਦੋਂ ਹਰੇਕ ਸਟੇਟ ਨੂੰ ਆਪਦੀ ਯੂਨੀਵਰਸਿਟੀ ਮਿਲ ਗਈ, ਪਰ ਚੰਡੀਗੜ੍ਹ 'ਤੇ ਇਹ ਯੂਨੀਵਰਸਿਟੀ ਦਾ ਇਸ਼ੂ ਲਟਕਦਾ ਰਿਹਾ। ਇਹ 'ਤੇ ਪੰਜਾਬ ਦਾ ਹੱਕ ਆ। ਇਹ ਪੰਜਾਬ ਦੇ ਹੱਕ ਨੂੰ ਹਟਾਉਣ ਲਈ ਜਿਹੜੀ ਆਰਐਸਐਸ ਆ, ਬੀਜੇਪੀ ਸਰਕਾਰ ਆ, ਉਹ ਆਪਦਾ ਬੋਰਡ ਆਫ ਗਵਰਨੈਂਸ ਦਾ ਏਜੰਡਾ ਇੰਪਲੀਮੈਂਟ ਕਰ ਰਹੀ ਹੈ ਨਾ। ਤਾਂ ਇਹਦੇ ਵਿੱਚ ਆਪਾਂ ਨੂੰ ਮੰਚ ਨੂੰ ਸਾਫ਼ ਦੇਖਣਾ ਚਾਹੀਦਾ ਵਾ। ਅਤੇ ਸਰ ਜਿੱਦਾਂ ਹੁਣ ਤੁਸੀਂ ਗੱਲ ਕਰਤੀ ਕਿ ਪੰਜਾਬ ਦਾ ਹੱਕ ਹੈ, ਤਾਂ ਥੋੜ੍ਹੇ ਦਿਨ ਪਹਿਲੇ ਹੁਣੇ ਜਦ ਪੰਜਾਬ ਦਾ ਸੰਘਰਸ਼ ਚੱਲ ਰਿਹਾ ਕਿਸਾਨੀ ਵੱਲ ਨੂੰ, ਤਾਂ ਥੋੜ੍ਹੇ ਦਿਨ ਪਹਿਲੇ ਲੱਖਾ ਸਿਧਾਣਾ ਜੀ ਜਿਹੜੇ ਸਪੀਕਰ ਹੈਗੇ, ਬਹੁਤ ਵੱਡੇ ਅਤੇ ਸੋਸ਼ਲ ਐਕਟਿਵਿਸਟ ਹੈਗੇ, ਉਹਨਾਂ ਨੇ ਆਪਣੀ ਸਪੀਚ 'ਚ ਕਿਹਾ ਸੀ, ਕਿਸਾਨੀ ਮੁੱਦਿਆਂ ਵਿੱਚ ਹੀ ਸਪੀਚ 'ਚ ਕਿਹਾ ਸੀ ਕਿ ਜਿਹੜਾ ਪੰਜਾਬ ਯੂਨੀਵਰਸਿਟੀ ਹੈ ਉਹਦੀ ਸੈਂਟਰਲਾਈਜੇਸ਼ਨ ਕੀਤੀ ਜਾ ਰਹੀ ਹੈ, ਅਤੇ ਚੰਡੀਗੜ੍ਹ 'ਚ ਜਿਹੜਾ ਇੱਕ ਪੰਜਾਬ ਯੂਨੀਵਰਸਿਟੀ, ਇੱਕ ਪੰਜਾਬ ਦਾ ਨਾਮ ਦਾ ਹੱਕ ਸੀਗਾ, ਉਹ ਵੀ ਹੁਣ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ। ਤਾਂ ਤੁਹਾਨੂੰ ਕਿਤੇ ਨਾ ਕਿਤੇ ਨਹੀਂ ਲੱਗਦਾ ਕਿ ਇਹ ਜਿਹੜਾ ਕਿਸਾਨੀ ਸੰਘਰਸ਼ ਵਿੱਚ ਪੰਜਾਬ ਯੂਨੀਵਰਸਿਟੀ ਦਾ ਨਾਮ ਪਾਉਣਾ ਅਤੇ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਲੈ ਕੇ ਆਉਣਾ ਠੀਕ ਹੈ? ਦੇਖੋ ਜੀ, ਜਦੋਂ ਆਪਾਂ ਇਸ ਵਿੱਚ ਦੇਖਦੇ ਹਾਂ
ਕਿ ਪਿਛਲੇ ਲੰਬੇ ਟਾਈਮ ਤੋਂ, ਇਹ ਤਾਂ ਈਵਨ ਜਦੋਂ ਤੋਂ ਇਹ ਇੰਡੀਅਨ ਸਟੇਟ ਬਣੀ 1947 ਤੋਂ, ਉਦੋਂ ਤੋਂ ਹੀ ਉਹ ਸਟੇਟਾਂ ਦੇ ਰਾਈਟ, ਜਿਹੜੇ ਬਣਦੇ ਰਾਈਟ ਆ, ਉਹਨਾਂ ਨੂੰ ਕੁਚਲ ਰਹੀ ਆ। ਜਿਹੜੀ ਇੱਥੇ ਨੈਸ਼ਨੈਲਿਟੀ ਬੇਸਡ ਡਿਮਾਂਡ ਸੀ, ਸਟੇਟਾਂ ਬਣਾਉਣੀਆਂ ਚਾਹੀਦੀਆਂ, ਅਲੱਗ-ਅਲੱਗ ਭਾਸ਼ਾ ਦੇ ਆਧਾਰ 'ਤੇ ਸੂਬੇ ਬਣਨੇ ਚਾਹੀਦੇ, ਉਹਨਾਂ ਡਿਮਾਂਡ ਨੂੰ ਕੁਚਲਦੀ ਆ ਰਹੀ ਆ। ਪਰ ਲੋਕਾਂ ਦੇ ਸੰਘਰਸ਼ ਦੇ ਬਾਅਦ ਇਹ ਮੁੱਦੇ ਬਣੇ। ਇੱਥੇ ਜਿੱਥੇ ਸੂਬਿਆਂ ਕੋਲ ਵੱਧ ਪਾਵਰਾਂ ਹੋਣੀਆਂ ਚਾਹੀਦੀਆਂ ਸੀ, ਉੱਥੇ ਸੈਂਟਰ ਉਹਨਾਂ ਦੀਆਂ ਪਾਵਰਾਂ ਖੋ ਕੇ ਸੈਂਟਰਲਾਈਜੇਸ਼ਨ ਦੀ ਨੀਤੀ ਥੋਪ ਰਿਹਾ। ਜਿਹੜੇ ਪੰਜਾਬ 'ਚ ਐਕਟ ਆਏ ਆ, ਜਦੋਂ ਐਗਰੀਕਲਚਰ ਸਟੇਟ ਲਿਸਟ ਦਾ ਇਸ਼ੂ ਹੈਗਾ, ਉਹ 'ਚ ਸੈਂਟਰ ਇੰਟਰਵੀਨ ਕਰ ਹੀ ਨਹੀਂ ਸਕਦਾ, ਪਰ ਸੈਂਟਰ ਨੇ ਉਹਨੂੰ ਓਵਰਰੋਲ ਕਰਦੇ ਹੋਏ ਪੰਜਾਬ ਦਾ ਜਿਹੜਾ ਖੇਤੀ ਐਗਰੀਕਲਚਰ ਸਿਸਟਮ ਆ, ਉਹਨੂੰ ਤਬਾਹ ਕਰਨ ਲਈ ਐਕਟ ਲਿਆਂਦੇ। ਅਤੇ ਇਹ ਜਿਹੜਾ ਇਸ਼ੂ ਆ, ਇਹ ਇਸ਼ੂ ਵੀ ਹੈਗਾ ਕਿ ਪੰਜਾਬ ਦੀ ਯੂਨੀਵਰਸਿਟੀ ਆ ਜਿਹੜੀ, ਜਿੱਥੇ ਪੰਜਾਬ ਦਾ ਹੱਕ ਆ, ਉਹਦੀ ਸੈਂਟਰਲਾਈਜੇਸ਼ਨ ਕਰਨ ਲਈ, ਉਹਨੂੰ ਸੈਂਟਰ ਦੇ ਹੇਠ ਲਿਆਉਣ ਲਈ, ਉਹਨੂੰ ਪੰਜਾਬ ਤੋਂ ਖੋਹਣ ਲਈ ਇਹ ਕਦਮ ਆ। ਤਾਂ ਇਹਨੂੰ ਕਿਸਾਨੀ ਸੰਘਰਸ਼ ਦੇ ਵਿੱਚ ਇਹਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਆ। ਅਸੀਂ ਵੀ ਜਦੋਂ ਜੁਆਇੰਟ ਸਟੂਡੈਂਟ ਐਕਸ਼ਨ ਕਮੇਟੀ ਬਣਾਈ, ਅਸੀਂ ਵੀ ਇਹਦੇ 'ਚ ਇਹ ਡਿਸਾਈਡ ਕੀਤਾ ਕਿ ਅਸੀਂ ਵੀ ਪੰਜਾਬ ਦੀਆਂ ਮਜ਼ਦੂਰ, ਮੁਲਾਜ਼ਮ ਅਤੇ ਕਿਸਾਨ ਯੂਨੀਅਨ ਜਿੰਨੀਆਂ ਜਥੇਬੰਦੀਆਂ ਵਾ, ਵਿਦਿਆਰਥੀ ਜਥੇਬੰਦੀਆਂ ਵਾ, ਉਹਨਾਂ ਨੂੰ ਖੁੱਲ੍ਹੀ ਚਿੱਠੀ ਲਿਖਾਂਗੇ, ਜਿਹਦੇ ਵਿੱਚ ਇਹ ਮੁੱਦੇ ਨੂੰ ਚੱਕਿਆ ਜਾਊਗਾ। ਤਾਂ ਉਹਨਾਂ ਨੂੰ ਇੱਕ ਅਪੀਲ ਵੀ ਕਰਾਂਗੇ, ਜਿੱਥੇ ਜਿੱਥੇ ਕੋਈ ਸੰਘਰਸ਼ ਚੱਲ ਰਿਹਾ, ਕਿਸਾਨੀ ਸੰਘਰਸ਼ ਚੱਲ ਰਿਹਾ, ਉਹਦੇ ਵਿੱਚ ਇਹ ਮੁੱਦੇ ਨੂੰ ਚੱਕਿਆ ਜਾਵੇ। ਤਾਂ ਇਹਦੇ 'ਤੇ ਆਉਣ ਵਾਲੇ ਟਾਈਮ 'ਚ ਤਾਂ ਜੋ ਇੱਕ ਸਾਂਝਾ ਮੰਚ ਬਣਾਇਆ ਜਾ ਸਕੇ। ਤਾਂ ਠੀਕ ਹੈ ਸਰ। ਤਾਂ ਸਰ ਕੱਲ੍ਹ ਨਾ ਇੱਕ ਪ੍ਰੈਸ ਸਟੇਟਮੈਂਟ ਆਉਂਦੀ ਹੈ ABVP ਦੇ ਸੀਨੀਅਰ ਜ਼ੋਨਲ ਲੀਡਰ ਵੱਲੋਂ, ਵਿਕਰਾਂਤ ਖੰਡੇਵਾਲ ਜੀ, ਅਤੇ ਉਹਨਾਂ ਦੀ ਸਟੇਟਮੈਂਟ 'ਚ ਲਿਖਿਆ ਹੁੰਦਾ ਕਿ ਸੈਨੇਟ ਦੀ ਜਿਹੜਾ ਕੰਮ ਕਰਨ ਦਾ ਤਰੀਕਾ ਉਹ ਬਹੁਤ ਜ਼ਿਆਦਾ ਪੁਰਾਣਾ ਹੋ ਚੁੱਕਿਆ ਹੈ, ਤਾਂ ਇੱਕ ਤਰ੍ਹਾਂ ਤੋਂ ਬਾਬੂਸ਼ਾਹੀ ਦੇ ਵਿੱਚ ਆ ਚੁੱਕਿਆ ਹੈ, ਅਤੇ ਉਹ ਕੰਮ ਨੂੰ ਰੋਕਦੇ ਹੈ। ਤਾਂ ਫਿਰ ਇਹਦੇ ਉੱਤੇ ਤੁਹਾਡਾ ਕੀ ਕਹਿਣਾ ਕਿ ਇੱਕ ਤਰ੍ਹਾਂ ਤੋਂ ਤਾਂ ਫਿਰ ਸੈਨੇਟ ਨੂੰ ਖ਼ਤਮ ਕਰਨਾ ਸਹੀ ਚੱਲ ਰਿਹਾ ਕਿ ਜੇ ਸੈਨੇਟ ਸਾਡੇ ਕੰਮ ਨੂੰ ਰੋਕਦਾ ਹੈ? ਦੇਖੋ ਜੀ, ਇਹਦੇ ਵਿੱਚ ਨਾ ਜਿਹੜੀ ਉਹਦੀ ਗੱਲ ਆ, ਉਹਨੂੰ ਨਾ ਇੱਕ ਲਾਰਜਰ ਕੰਟੈਕਸਟ 'ਚ ਸਮਝਣਾ ਚਾਹੀਦਾ ਹੈ। ਜਦੋਂ ਮੋਦੀ ਵੀ ਆਉਂਦਾ, ਉਹ ਵੀ ਨਿਊ ਇੰਡੀਆ ਦਾ ਨਾਅਰਾ ਦਿੰਦਾ, ਉਹ ਵੀ ਕਹਿੰਦਾ ਵੀ ਇੱਥੇ ਜਿਹੜੇ 70 ਸਾਲ ਤੋਂ ਕਾਂਗਰਸ ਰਾਜ ਕਰ ਰਹੀ ਸੀ, ਉਹਨੇ ਆਹ ਕੀਤਾ, ਅਸੀਂ ਆਹ ਕਰਾਂਗੇ। ਤਾਂ ਹੁਣ ਇਹਦੇ ਵਿੱਚ ਕੀ ਆ, ਹੁਣ ਯੂਨੀਵਰਸਿਟੀ ਦੀ ਪ੍ਰੋਸੀਡਿੰਗ ਦੇ ਵਿੱਚ ਵੀ ਕਿ ਇੱਥੇ ਅਸੀਂ ਦੇਖਿਆ, ਜਦੋਂ ਸੰਘ ਦਾ ਵਾਈਸ ਚਾਂਸਲਰ ਆਇਆ, ਤਾਂ ਪਿਛਲੇ ਸਾਲ ਜੋ ਡੀਨ ਦਾ ਇਸ਼ੂ ਆਇਆ, ਡੀਨ ਦੀ ਨਿਯੁਕਤੀ ਕਰਨੀ ਨਹੀਂ ਕਰਨੀ, ਉਹ ਸੈਨੇਟ ਦੀ ਬਹੁ ਗਿਣਤੀ ਨੂੰ ਤੈਅ ਕਰਨੀ ਆ। ਪਰ ਉੱਥੇ ਜਿਹੜਾ ਹੈਗਾ ਵਾ, ਵਾਈਸ ਚਾਂਸਲਰ ਵੱਲੋਂ ਸੈਨੇਟ ਦੀ ਬਹੁ ਗਿਣਤੀ ਨੂੰ ਦਰਕਿਨਾਰ ਕਰਦੇ ਹੋਏ ਡੀਨ ਨੂੰ ਹਟਾ ਦਿੱਤਾ ਗਿਆ। ਜਿਹੜੇ ਅਨਡੈਮੋਕ੍ਰੈਟਿਕ ਸਟੈਪ ਉਹਦਾ ਲੈ ਰਿਹਾ ਵਾਈਸ ਚਾਂਸਲਰ ਸੰਘ ਦਾ ਹੈਗਾ ਵਾ। ਅਤੇ ਵਿਕਰਾਂਤ ਖੰਡੇਵਾਲ AP ਦਾ ਜਿਹੜਾ ਨਾਰਥ ਦਾ ਜਿਹੜਾ ਸੈਕਟਰੀ ਆ, ਉਹ ਇੱਥੇ ਇਲੈਕਸ਼ਨ ਦੇ ਦੌਰਾਨ 7 ਨੰਬਰ ਦੇ ਵਿੱਚ ABVP ਵਰਕਰਾਂ ਨਾਲ ਅਤੇ ਵਾਰਡ ਨਾਲ ਬਿਠਾ ਕੇ ਮੀਟਿੰਗ ਕਰ ਰਿਹਾ, ਇਹੀ ਇਲੈਕਸ਼ਨ ਦੇ ਵਿੱਚ ਪ੍ਰਸ਼ਾਸਨ ਨਾਲ ਮਿਲ ਕੇ ਵੋਟਾਂ ਕਿਵੇਂ ਇਕੱਠੀਆਂ ਕਰਨੀਆਂ। ਉਹ ਤਾਂ ਇਹ ਚਾਹੁੰਦੇ ਆ ਕਿ ਇੱਥੋਂ ਦਾ ਜਿਹੜਾ ਜਿੰਨਾ ਕੁ ਵੀ ਡੈਮੋਕ੍ਰੈਟਿਕ ਪ੍ਰੋਸੈਸ ਚੱਲਿਆ ਆ ਰਿਹਾ, ਉਹਨੂੰ ਖ਼ਤਮ ਕਰਕੇ ਅਸੀਂ ਆਪਦੇ ਨੀਤੀਆਂ, ਆਪਦੀਆਂ ਪਾਲਿਸੀਆਂ ਵਾ, ਉਹਨੂੰ ਚੰਗੀ ਤਰ੍ਹਾਂ ਇੰਪਲੀਮੈਂਟ ਕਰ ਰਹੇ ਹਾਂ। ਉਹ ਸਹੀ ਕਹਿੰਦਾ ਕਿ ਉਹਨਾਂ ਵਾਸਤੇ ਜਿਹੜੇ ਉਹਨਾਂ ਦੇ ਡਿਸੀਜਨ ਆ, ਉਹ ਨਹੀਂ ਇੰਪਲੀਮੈਂਟ ਹੋ ਰਹੇ। ਉਹ ਤਾਂ ਹੀ ਕਹਿੰਦਾ ਕਿ ਇੱਥੇ ਨਤੀਜੇ ਜਿਹੜੇ ਫੈਸਲੇ ਹੋਰ ਤਰੀਕੇ ਨਾਲ ਹੋ ਰਹੇ ਆ, ਕਿਉਂਕਿ ਉਹਨਾਂ ਦੇ ਫੈਸਲੇ ਇੰਪਲੀਮੈਂਟ ਨਹੀਂ ਹੋ ਰਹੇ। ਪਰ ਸਰ ਉਹਨਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਚਲੋ ਠੀਕ ਹੈ, ਡੈਮੋਕ੍ਰੈਟਿਕ ਪ੍ਰੋਸੈਸ, ਉਹਨਾਂ ਨੇ ਕਿਹਾ ਡੈਮੋਕ੍ਰੈਟਿਕ ਪ੍ਰੋਸੈਸ ਇੱਕ ਯੂਨੀਵਰਸਿਟੀ 'ਚ ਨਹੀਂ ਹੋਣਾ ਚਾਹੀਦਾ, ਕਿਉਂਕਿ ਯੂਨੀਵਰਸਿਟੀ ਐਜੂਕੇਸ਼ਨਲ ਇੰਸਟੀਟਿਊਟ ਹੈ। ਅਤੇ ਨਾਲ ਉਹਨਾਂ ਨੇ ਇੱਕ ਬਹੁਤ ਵਧੀਆ ਲੌਜਿਕ ਦਿੱਤਾ ਕਿ ਯੂਨੀਵਰਸਿਟੀ ਜਦ ਹਰ ਚੀਜ਼ ਮੈਰਿਟ ਅਤੇ ਕੁਆਲੀਫਿਕੇਸ਼ਨ ਦੇ ਬੇਸ 'ਤੇ ਹੁੰਦੀ ਹੈ, ਤਾਂ ਕਿਉਂ ਨਾ ਸੈਨੇਟ ਵੀ ਮੈਰਿਟ ਅਤੇ ਕੁਆਲੀਫਿਕੇਸ਼ਨ ਦੇ ਬੇਸ 'ਤੇ ਹੋਵੇ, ਜਿਹਨੂੰ ਉਹ ਬੋਰਡ ਆਫ ਗਵਰਨਰਸ ਬਣਾ ਰਿਹਾ। ਮਤਲਬ ਫਿਰ ਤਾਂ ਇਹ ਜਿਹੜਾ ਲੌਜਿਕ ਵੀ ਉਹ ਦੇ ਰਹੇ ਆ ਕਿ ਇੱਥੇ ਇਹ ਡੈਮੋਕ੍ਰੈਟਿਕ ਪ੍ਰੋਸੈਸ ਯੂਨੀਵਰਸਿਟੀਆਂ 'ਚ ਨਹੀਂ ਹੋਣਾ ਚਾਹੀਦਾ, ਇਹ ਤਾਂ ਜਿਹੜੀ ਉਹਨਾਂ ਦੀ ਵਿਚਾਰਧਾਰਾ ਉਹੀ ਕਹਿੰਦੇ ਕਿ ਡੈਮੋਕ੍ਰੇਸੀ ਹੋਣੀ ਨਹੀਂ ਚਾਹੀਦੀ। ਇਹ ਤਾਂ ਉਹਦੇ ਹਿਸਾਬ ਨਾਲ ਲੌਜਿਕ ਫਿੱਟ ਬੈਠਦਾ ਵਾ। ਐਜੂਕੇਸ਼ਨਲ ਜਿਹੜੇ ਇੰਸਟੀਟਿਊਟਾਂ ਦੇ ਵਿੱਚ ਜਿਹੜੇ ਆਟੋਨਮਸ ਬੋਡੀ ਹੁੰਦੀ ਆ ਜਾਂ ਵਿਦਿਆਰਥੀ ਚੋਣਾਂ ਵੀ ਹੁੰਦੀਆਂ ਵਾ, ਉਹ ਇਹ ਪ੍ਰੋਸੈਸ ਨੂੰ ਮੋਰ ਡੈਮੋਕ੍ਰੇਟਿਕ ਕਰਨ ਵਾਸਤੇ ਹੁੰਦੀਆਂ। ਹੁਣ ਜਿਵੇਂ ਦੇਖੋ ਕਿ ਮੈਰਿਟ ਦੇ ਹਿਸਾਬ ਨਾਲ ਹੋਣੀ ਚਾਹੀਦੀਆਂ। ਹੁਣ ਤੁਸੀਂ ਕਾਸਟ ਜਿਹੜੀ ਇਕੁਏਸ਼ਨ ਆ, ਉਹਨੂੰ ਮੈਰਿਟ 'ਚ ਰੱਖ ਕੇ ਦੇਖ ਲਓ, ਉਹ ਤਾਂ ਫਿਰ ਕਿਤੇ ਨਹੀਂ ਆਊਗੀ, ਹੈ ਨਾ। ਮਤਲਬ ਪੰਜਾਬ ਦੇ ਵਿੱਚੋਂ ਜਿਹੜੇ ਮੈਂਬਰ ਚੁਣ ਕੇ ਆਉਂਦੇ ਆ, ਉਹਨਾਂ ਨੂੰ ਪਤਾ ਕਿ ਪੰਜਾਬ ਦੇ ਕੀ ਹਾਲਾਤ ਨੇ, ਪੰਜਾਬ ਦੀ ਇਕਨੋਮਿਕ ਸਥਿਤੀ ਕੀ ਆ, ਪੰਜਾਬ ਦੇ ਵਿਦਿਆਰਥੀਆਂ ਦੇ ਇਸ਼ੂ ਕੀ ਨੇ, ਕਿਉਂਕਿ ਪੰਜਾਬ ਦੇ ਵਿਦਿਆਰਥੀਆਂ ਦੇ ਵਿੱਚੋਂ ਨਿਕਲੇ ਹੁੰਦੇ ਨੇ। ਅਤੇ ਜਦੋਂ ਇਹ ਮੈਰਿਟ ਦੀ ਗੱਲ ਕਰਦੇ ਆ, ਇਹਨਾਂ ਵਾਸਤੇ ਤਾਂ ਜਿਹੜਾ ਹੁਣ ਡੀਨ ਬਣਾਇਆ, ਉਹ ਵੀ ਮੈਰਿਟ ਦੇ ਵਿੱਚ ਸਭ ਤੋਂ ਉੱਪਰ ਆ, ਪਰ ਉਹਨੂੰ ਪਤਾ ਤਾਂ ਕੁਝ ਨਹੀਂ ਗਾ। ਉਹ ਡੀਨ ਤਾਂ ਇਹੋ ਜਿਹਾ ਆਰਡਰ ਵੀ ਕੱਢ ਦਿੰਦਾ ਕਿ ਬੱਚਿਓ ਘਰੇ ਚੱਲ ਜਾਓ, ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਉਹ ਡੀਨ ਤਾਂ ਇਹ ਵੀ ਕਹਿ ਦਿੰਦਾ ਕਿ ਅਸੀਂ ਤੁਹਾਨੂੰ ਰੋਟੀ ਨਹੀਂ ਖਵਾਉਣੀ, ਜਾਂ ਭੱਜੋ। ਉਹ ਤਾਂ ਇਹ ਵੀ ਫੈਸਲੇ ਲੈਂਦਾ। ਫਿਰ ਜਿਹੜੀ ਮੈਰਿਟ ਆ, ਇਹ ਸੋ ਕਾਲਡ ਮੈਰਿਟ ਦਾ ਨਾਂ 'ਤੇ ਜਿਹੜਾ ਝੂਠ ਫੈਲਾ ਰਹੇ ਆ, ਉਹ ਸਾਰਾ ਇਹਨਾਂ ਦਾ ਏਜੰਡਾ ਹੀ ਹੈਗਾ ਵਾ ਕਿ ਅਸੀਂ ਜਿਹੜੇ ਇੱਥੇ ਡੈਮੋਕ੍ਰੈਟਿਕ ਪ੍ਰੋਸੈਸ ਆ, ਉਹਨੂੰ ਖਤਮ ਕਰਨਾ।
ਸਰ ਤਾਂ ਹੁਣ ਮੇਰੇ ਦੋ ਲਾਸਟ ਸਵਾਲ ਹੈ ਤੇ ਇੱਕ ਸਵਾਲ ਤਾਂ ਇਹ ਹੈ, ਜਿਹੜਾ ਅੱਜ ਦਾ ਤੁਸੀਂ ਪ੍ਰੋਟੈਸਟ ਕੀਤਾ ਐਡਮਿਸ਼ਨ ਬੇਸਿਸ ਦੇ ਉੱਤੇ, ਤੇ ਉਹਦੇ ਉੱਤੇ ਤੁਹਾਡਾ ਮੀਨਸ ਵਿਊ ਕੀ ਸੀਗਾ, ਕੀ ਕਿਉਂ ਤੁਹਾਡਾ ਰੀਜ਼ਨ ਕੀ ਸੀਗਾ ਪ੍ਰੋਟੈਸਟ ਕਰਨ ਦਾ ਅੱਜ? ਦੇਖੋ ਜੀ, ਇਹਦੇ ਵਿੱਚ ਗੱਲ ਇਹ ਹੈ ਕਿ ਹਮੇਸ਼ਾ ਕੀ ਹੁੰਦਾ, ਜਦੋਂ ਜਿੰਨੀਆਂ ਵੀ ਯੂਨੀਵਰਸਿਟੀਆਂ ਵਾ, ਜਦੋਂ ਸਾਰਿਆਂ ਦੇ ਰਿਜ਼ਲਟ ਆ ਜਾਂਦੇ ਆ, ਕਿਉਂਕਿ ਜਿਵੇਂ ਇੱਥੇ BA ਦੀ ਐਡਮਿਸ਼ਨ ਹੋਣੀ ਆ, ਜਿਵੇਂ MA ਦੀ ਐਡਮਿਸ਼ਨ ਹੋਣੀ ਆ, ਜਦੋਂ ਦੂਜੀਆਂ ਯੂਨੀਵਰਸਿਟੀਆਂ ਦੇ ਵਿੱਚ BA ਦਾ ਰਿਜ਼ਲਟ ਆ ਜਾ, ਗ੍ਰੈਜੂਏਸ਼ਨ ਦਾ ਰਿਜ਼ਲਟ ਆ ਜਾਣਗੇ, ਤਾਂ ਹੀ ਇੱਥੇ ਪੋਸਟ ਗ੍ਰੈਜੂਏਸ਼ਨ ਦੀ ਐਡਮਿਸ਼ਨ ਹੋ ਸਕਦੀ ਆ। ਹੁਣ ਜੇ ਕਿਸੇ ਪੰਜਾਬੀ ਯੂਨੀਵਰਸਿਟੀ ਦੇ ਬੱਚੇ ਨੇ ਇੱਥੇ ਆ ਕੇ ਐਡਮਿਸ਼ਨ ਲੈਣੀ ਆ, ਉਹਦਾ ਰਿਜ਼ਲਟ ਹੀ ਨਹੀਂ ਆਇਆ, ਤਾਂ ਉਹਦੀ ਜਿਹੜੀ ਮੈਰਿਟ ਆ ਹੈ ਨਾ, ਉਹਦੇ ਵਿੱਚ ਉਹ ਉੱਪਰ ਨਹੀਂ ਆ ਸਕੂਗਾ, ਕਿਉਂਕਿ ਉਹਦਾ ਇੱਕ ਸਮੈਸਟਰ ਦਾ ਰਿਜ਼ਲਟ ਹੀ ਨਹੀਂ ਆਇਆ ਹੈ ਨਾ, ਉਹਦਾ ਐਲੀਜੀਬਲ ਹੀ ਨਹੀਂ ਹੈਗਾ। ਤੇ ਇਹੀ ਕਹਿ ਰਹੇ ਆ ਕਿ ਪਹਿਲਾਂ ਦੂਜੀ ਯੂਨੀਵਰਸਿਟੀਆਂ ਦਾ ਰਿਜ਼ਲਟ ਆਉਣ ਦਿੱਤੇ ਜਾਣ, ਅਤੇ ਉਸ ਤੋਂ ਬਾਅਦ ਹੀ ਫਾਈਨਲ ਲਿਸਟਾਂ ਬਣਾ ਕੇ ਐਡਮਿਸ਼ਨ ਦਾ ਪ੍ਰੋਸੈਸ ਸ਼ੁਰੂ ਕੀਤਾ ਜਾਵੇ। ਇਹਨਾਂ ਦਾ ਆਪਦੀ ਯੂਨੀਵਰਸਿਟੀ ਦੇ ਆਪਦੀ ਗ੍ਰੈਜੂਏਸ਼ਨ ਦਾ ਰਿਜ਼ਲਟ ਨਹੀਂ ਆ ਰਹੇ, ਤਾਂ ਇਹਦੇ ਵਿੱਚ ਸਵਾਲ ਹੈਗਾ ਵਾ। ਠੀਕ ਹੈ, ਤਾਂ ਸਰ ਹੁਣ ਮੇਰਾ ਲਾਸਟ ਸਵਾਲ ਹੈ, ਜਿਹੜਾ ਤੁਸੀਂ ਜੁਆਇੰਟ ਸਟੂਡੈਂਟ ਐਕਸ਼ਨ ਕਮੇਟੀ ਬਣਾਈ ਹੈ, ਤਾਂ ਉਹਦੇ ਸਿਰਫ ਸਾਡੀ ਯੂਨੀਵਰਸਿਟੀ ਦੀ ਪਾਰਟੀਜ਼ ਹੋਣਗੀ ਜਾਂ ਬਾਹਰ ਦੇ ਵੀ ਬੰਦੇ ਹੋਣਗੇ, ਤੇ ਉਹਦਾ ਮੇਨ ਬੇਸਿਕ ਕੀ ਸਿਰਫ ਸੈਨੇਟ ਦੀ ਇਲੈਕਸ਼ਨ ਹੈ ਜਾਂ ਹੋਰ ਵੀ ਮੁੱਦੇ ਹੋਣਗੇ? ਦੇਖੋ ਜੀ, ਜਿਹੜੀ ਜੁਆਇੰਟ ਸਟੂਡੈਂਟ ਐਕਸ਼ਨ ਕਮੇਟੀ ਬਣਾਈ ਆ, ਉਹਦਾ ਕੋਰ ਏਜੰਡਾ ਇਹੀ ਆ ਕਿ ਸੈਨੇਟ ਦੇ ਇਲੈਕਸ਼ਨ ਇਮੀਡੀਏਟ ਕੰਡਕਟ ਕਰਾਏ ਜਾਣ, ਅਤੇ ਨਾਲ ਹੀ ਜਦੋਂ ਤੱਕ ਇਲੈਕਸ਼ਨ ਨਹੀਂ ਹੁੰਦੇ ਉਦੋਂ ਤੱਕ ਇਹ ਜਿਹੜੀ ਸੈਨੇਟ ਆ ਉਹਨੂੰ ਐਕਸਟੈਂਡ ਕੀਤਾ ਜਾਵੇ, ਅਤੇ ਜਿਹੜਾ ਇੱਕ ਲਾਰਜਰ ਇਸ਼ੂ ਆ, ਜਿਹੜਾ ਨਿਊ ਐਜੂਕੇਸ਼ਨ ਪੋਲਿਸੀ ਦੇ ਵਿੱਚ ਬੋਰਡ ਆਫ ਗਵਰਨੈਂਸ ਵਾਲਾ ਇਸ਼ੂ ਆ, ਉਹਨੂੰ ਪੰਜਾਬ ਦੀ ਜਨਤਾ 'ਚ ਲੈ ਕੇ ਜਾਇਆ ਜਾਵੇਗਾ। ਪੰਜਾਬ ਦੇ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮ ਜਥੇਬੰਦੀਆਂ ਨਾਲ ਇੱਕ ਸਾਂਝਾ ਮੰਚ ਬਣਾਉਂਦੇ ਹੋਏ ਇੱਕ ਲੰਬਾ ਸੰਘਰਸ਼ ਵਿੱਢਣ ਦੀ ਉਹ ਤਿਆਰੀ ਆ ਅਸਲ ਦੇ ਵਿੱਚ। ਇਹਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹਦੇ 'ਚ ਕਦਮ ਤੇਜ਼ ਕਰਾਂਗੇ। ਇਹ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਇਹ ਹਮੇਸ਼ਾ ਭੁਲੇਖਾ ਰਹਿੰਦਾ ਕਿ ਵਿਦਿਆਰਥੀ ਇਹਦੇ ਵਿੱਚ ਇੰਟਰਵੀਨ ਕਰਕੇ ਕੁਝ ਨਹੀਂ ਕਰ ਸਕਦੇ, ਪਰ ਅਸੀਂ ਇਹਦੇ ਵਿੱਚ ਦੇਖਿਆ ਵਾ ਕਿ ਵਿਦਿਆਰਥੀਆਂ ਨੇ ਇੱਥੇ ਜਦੋਂ ਡੀਨ ਨੂੰ ਹਟਾਇਆ ਗਿਆ ਸੀਗਾ, ਜਦੋਂ ਆਟੋਕ੍ਰੈਟਿਕ ਤਰੀਕੇ ਦੇ ਨਾਲ ਡੀਨ ਨੂੰ ਲਾਇਆ ਗਿਆ ਸੀਗਾ, ਉਦੋਂ ਵਿਦਿਆਰਥੀਆਂ ਨੇ 2 ਦਿਨ DSW ਆਫਿਸ ਬੰਦ ਹੋਇਆ ਸੀ, ਨਵੇਂ ਡੀਨ ਨੂੰ ਜੁਆਇਨ ਨਹੀਂ ਕਰਨ ਦਿੱਤਾ ਸੀ। ਫਿਰ ਵਿਦਿਆਰਥੀਆਂ ਨੇ ਪ੍ਰੈਸ਼ਰ ਪਾ ਕੇ ਉਹ ਡਿਸੀਜਨ ਚੇਂਜ ਵੀ ਹੋਇਆ। ਤਾਂ ਇਹਦੇ ਵਿੱਚ ਇਹ ਗੱਲ ਧਿਆਨ 'ਚ ਰੱਖਣੀ ਚਾਹੀਦਾ ਕਿ ਇੱਥੋਂ ਦੇ ਵਿਦਿਆਰਥੀ ਹਮੇਸ਼ਾ ਸੰਘਰਸ਼ਸ਼ੀਲ ਰਹੇ ਆ। ਇੱਥੇ 2017 'ਚ ਫੀਸਾਂ ਦਾ ਮੁੱਦਾ ਸੀਗਾ, 1100% ਜਦੋਂ ਫੀਸਾਂ ਵੱਧ ਗਈਆਂ, ਉਦੋਂ ਯੂਨੀਵਰਸਿਟੀ ਪ੍ਰਸ਼ਾਸਨ ਕਹਿੰਦਾ ਤਾਂ ਵਾਪਸ ਨਹੀਂ ਹੋ ਸਕਦੀਆਂ, ਪਰ ਉਹ ਵਿਦਿਆਰਥੀਆਂ ਨੇ ਆਪਦੇ ਦਮ 'ਤੇ ਵਾਪਸ ਵੀ ਕਰਾਈਆਂ। ਈਵਨ ਜਦੋਂ ਇੱਥੇ ਕੁੜੀਆਂ ਦੇ ਹੋਸਟਲ ਖੁੱਲ੍ਹਣ ਦੀ ਗੱਲ ਵੀ ਹੁੰਦੀ ਹੈ, ਕਹਿੰਦੇ 24 ਆਵਰ ਤੇ ਹੋ ਹੀ ਨਹੀਂ ਸਕਦਾ। ਇੱਥੇ ਤਾਂ ਪੈਟਰੀਆਰਕਲ ਸੋਸਾਇਟੀ ਹੈ, ਪੈਟਰੀਆਰਕਲ ਨੋਰਮ ਅਸੀਂ ਇੰਪਲੀਮੈਂਟ ਕਰਾਂਗੇ, ਤਾਂ ਉਹ ਵੀ ਇੱਥੋਂ ਦੇ ਕੁੜੀਆਂ ਨੇ, ਇੱਥੋਂ ਦੇ ਵਿਦਿਆਰਥੀਆਂ ਨੇ ਉਹ ਚੀਜ਼ ਵੀ ਤੋੜੀ, ਅਤੇ SFS ਹਮੇਸ਼ਾ ਉਹ ਚੀਜ਼ ਦੀ ਅਗਵਾਈ ਕਰਦੀ ਆ ਰਹੀ ਹੈ। ਤਾਂ ਆਉਣ ਵਾਲੇ ਇਹ ਇਸ਼ੂ ਦੇ ਵਿੱਚ ਵੀ SFS ਸਾਰੀਆਂ ਵਿਦਿਆਰਥੀਆਂ ਨੂੰ, ਜਥੇਬੰਦੀਆਂ ਨੂੰ ਨਾਲ ਲੈਂਦੇ ਹੋਏ ਇਹ ਚੀਜ਼ ਦੀ ਅਗਵਾਈ ਕਰੂਗੀ। ਥੈਂਕ ਯੂ ਸਰ। ਸੋ ਇਹ ਸੀ ਸਾਡੇ ਨਾਲ SFS ਦੇ ਪ੍ਰੈਜ਼ੀਡੈਂਟ, ਦਿਸ ਇਜ਼ ਅੰਗਦ।